गुड मॉर्निंग स्टूडेंट्स। ਅੱਜ ਆਪਾਂ ਕਰਨਾ ਹੈ ਟੀਚਿੰਗ ਆਫ ਸਪੀਕਿੰਗ ਸਕਿੱਲ। ਤਾਂ ਇਸ ਤੋਂ ਪਹਿਲਾਂ ਪਿਛਲੇ ਲੈਕਚਰ ਦੇ ਵਿੱਚ ਆਪਾਂ ਕੀਤਾ ਸੀਗਾ ਟੀਚਿੰਗ ਆਫ ਲਿਸਨਿੰਗ ਸਕਿੱਲ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੌਖਿਕ ਹੁੰਦੀ ਕੀ ਹੈ। ਮੌਖਿਕ ਪ੍ਰਗਟਾ ਹੀ ਬੋਲਣਾ ਹੈ ਬੱਚੇ। ਜਿਹੜਾ ਅਸੀਂ ਇੱਕ ਦੂਜੇ ਨਾਲ ਬੋਲ ਕੇ ਗੱਲ ਕਰਦੇ ਹਾਂ ਤਾਂ ਉਹ ਹੀ ਮੌਖਿਕ ਪ੍ਰਗਟਾ ਹੁੰਦਾ ਹੈ। ਦੇਖੋ, ਆਪਾਂ ਆਪਣੇ ਵਿਚਾਰਾਂ ਨੂੰ ਦੋ ਤਰੀਕਿਆਂ ਦੁਆਰਾ ਪ੍ਰਗਟ ਕਰ ਸਕਦੇ ਹਾਂ, ਜਾਂ ਲਿਖਤੀ ਰੂਪ ਦੇ ਵਿੱਚ ਜਾਂ ਮੌਖਿਕ ਰੂਪ ਦੇ ਵਿੱਚ। ਜਦੋਂ ਆਪਾਂ ਕਿਸੇ ਨੂੰ ਬੋਲ ਕੇ ਆਪਣੀ ਗੱਲ ਸੁਣਾਉਂਦੇ ਹਾਂ ਤਾਂ ਉਹ ਕੀ ਹੈ, ਤੁਹਾਡਾ ਮੌਖਿਕ ਪ੍ਰਗਟਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਸ ਦੀ ਕਰਨੀ ਹੈ ਡੈਫੀਨੇਸ਼ਨ। ਸਧਾਰਨ ਰੂਪ ਦੇ ਵਿੱਚ ਆਪਸੀ ਬੋਲਚਾਲੀ ਭਾਸ਼ਾ ਨੂੰ ਮੌਖਿਕ ਭਾਸ਼ਾ ਦਾ ਨਾਮ ਦਿੱਤਾ ਜਾਂਦਾ ਹੈ। ਆਰੰਭ ਵਿੱਚ ਹਰੇਕ ਵਿਅਕਤੀ ਆਪਣੇ ਮਨੋਭਾਵਾਂ ਅਤੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਲਈ ਮੌਖਿਕ ਭਾਸ਼ਾ ਦਾ ਹੀ ਪ੍ਰਯੋਗ ਕਰਦਾ ਹੈ। ਮੌਖਿਕ ਪ੍ਰਗਟਾਅ ਦਾ ਸੰਬੰਧ ਧੁਨੀਆਂ ਨਾਲ ਹੁੰਦਾ ਹੈ। ਇਹ ਉਹ ਧੁਨੀਆਂ ਹੁੰਦੀਆਂ ਨੇ ਜਿਹੜੀਆਂ ਸਮਾਜ ਦੇ ਦੁਆਰਾ ਪ੍ਰਵਾਨ ਕੀਤੀਆਂ ਹੁੰਦੀਆਂ ਨੇ। ਤਾਂ ਸਭ ਤੋਂ ਪਹਿਲਾਂ ਜਿਹੜੀ ਭਾਸ਼ਾ ਦਾ ਜਨਮ ਹੋਇਆ ਉਹ ਮੌਖਿਕ ਭਾਸ਼ਾ ਦਾ ਹੀ ਹੋਇਆ, ਕਿਉਂਕਿ ਲਿਖਤੀ ਭਾਸ਼ਾ ਹੈ ਜਿਹੜੀ ਉਹ ਬਾਅਦ ਦੇ ਵਿੱਚ ਹੋਂਦ 'ਚ ਆਈ ਹੈ। ਤਾਂ ਆਪਾਂ ਕਰਨਾ ਹੈ ਮੌਖਿਕ ਪ੍ਰਗਟਾਅ ਦੀ ਲੋੜ ਅਤੇ ਮਹੱਤਵ, ਨੀਡ ਐਂਡ ਇੰਪੋਰਟੈਂਸ ਆਫ ਸਪੀਕਿੰਗ ਸਕਿੱਲ। ਮਨੁੱਖ ਕਹਿੰਦੇ ਇਸ ਸੰਸਾਰ ਦਾ ਸਰਵੋਤਮ ਪ੍ਰਾਣੀ ਮੰਨਿਆ ਜਾਂਦਾ ਹੈ। ਦੇਖੋ, ਇੱਕ ਮਨੁੱਖ ਹੀ ਹੈ ਜਿਸ ਕੋਲੇ ਬੋਲ ਕੇ ਆਪਣੀ ਗੱਲ ਸਮਝਾਉਣ ਦੀ ਜਿਹੜੀ ਯੋਗਤਾ ਹੈ ਉਹ ਹੈ। ਤਾਂ ਇਸ ਤਰ੍ਹਾਂ ਕਹਿੰਦੇ ਉਸ ਨੂੰ ਸਮਾਜ ਦੇ ਵਿੱਚ ਰਹਿੰਦੇ ਹੋਏ ਆਪਣੀਆਂ ਬਹੁਤ ਸਾਰੀਆਂ ਲੋੜਾਂ ਦੀ ਪੂਰਤੀ ਲਈ ਦੂਸਰਿਆਂ ਉੱਪਰ ਨਿਰਭਰ ਰਹਿਣਾ ਪੈਂਦਾ। ਦੇਖੋ, ਜੇ ਆਪਾਂ ਬੋਲ ਕੇ ਕਿਸੇ ਨੂੰ ਦੱਸਾਂਗੇ ਨਹੀਂ ਕਿ ਸਾਨੂੰ ਚਾਹੀਦਾ ਕੀ ਹੈ ਤਾਂ ਅਸੀਂ ਆਪਣੀ ਲੋੜਾਂ ਦੀ ਪੂਰਤੀ ਨਹੀਂ ਕਰ ਸਕਦੇ। ਤਾਂ ਸਮਾਜ ਦੇ ਵਿੱਚ ਰਹਿੰਦੇ ਹੋਏ ਸਾਨੂੰ ਇਹ ਜ਼ਰੂਰੀ ਹੈ ਕਿ ਸਾਡਾ ਮੌਖਿਕ ਪ੍ਰਗਟਾਅ ਦੇ ਰਾਹੀਂ ਅਸੀਂ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰ ਸਕਦੇ ਹਾਂ। ਤਾਂ ਦੇਖੋ, ਸਭ ਤੋਂ ਪਹਿਲਾਂ ਇਹਦੀ ਇੰਪੋਰਟੈਂਸ ਕੀ ਹੈ, ਦੈਨਿਕ ਜੀਵਨ ਦੇ ਵਿੱਚ ਮਹੱਤਵ। ਦੈਨਿਕ ਕੀ ਹੈ, ਰੋਜ਼ਾਨਾ। ਦੇਖੋ, ਆਪਾਂ ਦਿਨ ਦੇ ਵਿੱਚ ਇੱਕ ਦੂਜੇ ਨਾਲ ਕੋਈ ਗੱਲਬਾਤ ਕਰਦੇ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਆਪਣੇ ਮਨ ਦੇ ਵਿਚਾਰ ਦੂਜਿਆਂ ਅੱਗੇ ਪ੍ਰਗਟ ਕਰਦੇ ਹਾਂ। ਆਪਾਂ ਆਪਣੇ ਗਲੀ ਮੁਹੱਲੇ ਦੇ ਵਿੱਚ ਜਾਂਦੇ ਹਾਂ, ਅਨੇਕਾਂ ਤਰ੍ਹਾਂ ਦੇ ਕੰਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਦੇ ਹਾਂ। ਤਾਂ ਉਹ ਕੰਮ ਉਦੋਂ ਤੱਕ ਤੁਹਾਡੇ ਪੂਰੇ ਨਹੀਂ ਹੋ ਸਕਦੇ ਜਦੋਂ ਤੱਕ ਤੁਹਾਡੇ ਕੋਲ ਮੌਖਿਕ ਪ੍ਰਗਟਾਅ ਦੀ ਜਿਹੜੀ ਯੋਗਤਾ ਹੈ ਉਹ ਨਹੀਂ ਹੈ। ਤਾਂ ਇਸ ਤਰ੍ਹਾਂ ਦੈਨਿਕ ਜੀਵਨ ਦੇ ਵਿੱਚ ਇਸ ਮੌਖਿਕ ਪ੍ਰਗਟਾਅ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਭਾਸ਼ਾ ਸਿੱਖਿਆ ਦੇ ਵਿੱਚ ਮਹੱਤਵ। ਬੱਚਾ ਪਹਿਲਾਂ ਸੁਣਦਾ ਹੈ, ਫਿਰ ਅਨੁਕਰਨ ਦੁਆਰਾ ਬੋਲਣਾ ਸਿੱਖਦਾ ਹੈ। ਇਸ ਤਰ੍ਹਾਂ ਵੀ ਕਿਹਾ ਜਾਂਦਾ ਕਿ ਭਾਸ਼ਾ ਸਿੱਖਣ ਦਾ ਕੰਮ ਮੌਖਿਕ ਕਾਰਜ ਤੋਂ ਹੀ ਆਰੰਭ ਹੁੰਦਾ ਹੈ। ਦੇਖੋ, ਛੋਟਾ ਬੱਚਾ ਉਹ ਸ਼ੁਰੂ ਦੇ ਵਿੱਚ ਲਿਖਣਾ ਨਹੀਂ ਸਿੱਖਦਾ, ਪਹਿਲਾਂ ਤਾਂ ਉਹ ਬੋਲਣਾ ਹੀ ਸਿੱਖਦਾ ਹੈ। ਬੋਲਣਾ ਕਿਵੇਂ ਸਿੱਖਦਾ ਹੈ? ਅਨੁਕਰਨ ਵਿਧੀ ਦੁਆਰਾ, ਨਕਲ ਵਿਧੀ ਦੁਆਰਾ। ਤਾਂ ਇੱਕ ਬੱਚੇ ਨੂੰ ਭਾਸ਼ਾ ਸਿੱਖਣ ਦੇ ਵਿੱਚ ਜਿਹੜਾ ਮੌਖਿਕ ਯੋਗਤਾ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ। ਤਾਂ ਕਿੱਤਾਕਾਰੀ ਦੇ ਖੇਤਰ ਵਿੱਚ ਮਹੱਤਵ। ਕਿੱਤਾਕਾਰੀ ਦੇ ਖੇਤਰ ਦੇ ਵਿੱਚ ਕਿਵੇਂ ਮਹੱਤਵ ਹੈ ਇਹ ਜਿਹੜਾ ਮੌਖਿਕ ਪ੍ਰਗਟਾਅ ਹੈ? ਕਹਿੰਦੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਿੰਨ ਭਿੰਨ ਕਿੱਤਿਆਂ ਨਾਲ ਸੰਬੰਧਿਤ ਕਈ ਪੁਸਤਕਾਂ ਨੇ ਜਿਹੜੀਆਂ ਉਹ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਅਤੇ ਉਹਨਾਂ ਤੋਂ ਅਸੀਂ ਜਿਹੜੀ ਲੋੜੀਂਦੀ ਜਾਣਕਾਰੀ ਵੀ ਪ੍ਰਾਪਤ ਕਰ ਲੈਂਦੇ ਹਾਂ। ਪਰ ਕਹਿੰਦੇ ਪਰੰਤੂ ਇਸ ਨਾਲ ਬੋਲਚਾਲ ਦਾ ਮਹੱਤਵ ਘੱਟ ਨਹੀਂ ਹੁੰਦਾ। ਜੇ ਹੁਣ ਸ਼੍ਰੇਣੀ ਦੇ ਵਿੱਚ ਕਲਾਸ ਦੇ ਵਿੱਚ ਅਧਿਆਪਕ ਹੈ, ਉਸ ਕੋਲ ਬੁੱਕਸ ਹੈਗੀਆਂ ਨਹੀਂ, ਤੁਹਾਡੇ ਕੋਲ ਵੀ ਬੁੱਕ ਹੈਗੀ ਆ। ਜੇ ਅਧਿਆਪਕ ਤੁਹਾਨੂੰ ਮੌਖਿਕ ਪ੍ਰਗਟਾਅ ਦੁਆਰਾ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਨਹੀਂ ਸਮਝਾਊਗਾ ਤਾਂ ਤੁਸੀਂ ਉਸ ਨੂੰ ਨਹੀਂ ਸਿੱਖ ਸਕਦੇ। ਤਾਂ ਇਸ ਤਰ੍ਹਾਂ ਇਸ ਮੌਖਿਕ ਪ੍ਰਗਟਾਅ ਦਾ ਕਿੱਤਾਕਾਰੀ ਦੇ ਖੇਤਰ ਵਿੱਚ ਬਹੁਤ ਮਹੱਤਵ ਹੈ। ਹੋਰ ਵਿਸ਼ਿਆਂ ਦੀ ਸਿੱਖਿਆ ਦੇ ਵਿੱਚ ਸਹਾਇਕ। ਤਾਂ ਸਿੱਖਿਆ ਕੀ ਮਤਲਬ ਕਿ ਹਰ ਇੱਕ ਵਿਸ਼ੇ ਦੀ ਜਿਹੜੀ ਸਿੱਖਿਆ ਉਹ ਅਸੀਂ ਮੌਖਿਕ ਪ੍ਰਗਟਾਅ ਦੇ ਰਾਹੀਂ ਸਿੱਖਦੇ ਹਾਂ। ਪਹਿਲਾਂ ਤੁਹਾਨੂੰ ਟੀਚਰ ਲੈਕਚਰ ਦਊਗਾ, ਤੁਸੀਂ ਉਸ ਲੈਕਚਰ ਨੂੰ ਧਿਆਨ ਦੇ ਨਾਲ ਸੁਣੋਗੇ ਅਤੇ ਤਾਂ ਹੀ ਉਸ ਤੋਂ ਚੰਗੀ ਤਰ੍ਹਾਂ ਤੁਸੀਂ ਸਮਝੋਗੇ। ਸ਼ਖਸੀਅਤ ਦੇ ਵਿਕਾਸ ਦੇ ਵਿੱਚ ਸਹਾਇਕ। ਦੇਖੋ, ਜੇ ਤੁਹਾਡੇ ਕੋਲ ਬੋਲਣ ਤੁਸੀਂ ਵਧੀਆ ਨਹੀਂ ਬੋਲ ਸਕਦੇ ਤਾਂ ਤੁਹਾਡੀ ਸ਼ਖਸੀਅਤ ਦਾ ਵਿਕਾਸ ਨਹੀਂ ਹੋ ਸਕੇਗਾ। ਤਾਂ ਇੱਕ ਵਧੀਆ ਸ਼ਖਸੀਅਤ ਦੇ ਲਈ ਤੁਹਾਡਾ ਜਿਹੜਾ ਮੌਖਿਕ ਪ੍ਰਗਟਾਅ ਹੈ, ਤੁਹਾਡਾ ਦੂਜਿਆਂ ਨਾਲ ਜਿਹੜਾ ਬੋਲਣ ਚੱਲਣ ਦਾ ਢੰਗ ਹੈ ਉਹ ਵਧੀਆ ਹੋਣਾ ਜ਼ਰੂਰੀ ਹੈ। ਤਾਂ ਹੀ ਤੁਸੀਂ ਇੱਕ ਚੰਗੇ ਨਾਗਰਿਕ, ਤਾਂ ਇੱਕ ਚੰਗੇ ਵਿਦਿਆਰਥੀ ਬਣ ਸਕਦੇ ਹੋ। ਭਾਸ਼ਾ ਦਾ ਅਸਲੀ ਰੂਪ। ਤਾਂ ਭਾਸ਼ਾ ਦਾ ਅਸਲੀ ਰੂਪ ਕਿਵੇਂ ਹੈ? ਕਿਉਂਕਿ ਭਾਸ਼ਾ ਦਾ ਜਿਹੜਾ
ਅਸਲੀ ਰੂਪ ਹੈ ਉਹ ਮੌਖਿਕ ਹੀ ਹੈ, ਕਿਉਂਕਿ ਸਭ ਤੋਂ ਪਹਿਲਾਂ ਆਪਣੇ ਕੋਲੇ ਮੌਖਿਕ ਪ੍ਰਗਟਾਅ ਜਿਹੜੀ ਬੋਲਚਾਲ ਦੀ ਭਾਸ਼ਾ ਹੈ ਉਹੀ ਹੋਂਦ ਦੇ ਵਿੱਚ ਆਈ ਹੈ। ਉਸ ਤੋਂ ਬਾਅਦ ਅਸੀਂ ਜਿਹੜੀ ਲਿਖਤੀ ਭਾਸ਼ਾ ਹੈ ਉਸ ਦਾ ਵਿਕਾਸ ਕੀਤਾ ਹੈ। ਮੌਖਿਕ ਪ੍ਰਗਟਾਅ ਆਪਣੇ ਆਪ ਦੇ ਵਿੱਚ ਇੱਕ ਕਿੱਤਾ ਹੈ। ਕਿੱਤਾ ਕਿਵੇਂ ਹੈ? ਕਹਿੰਦੇ ਆਧੁਨਿਕ ਯੁੱਗ ਦੇ ਵਿੱਚ ਅਤੇ ਇਸ਼ਤਿਹਾਰਬਾਜ਼ੀ ਮੌਖਿਕ ਪ੍ਰਗਟਾਅ ਹੀ ਇੱਕ ਰੂਪ ਹੈ। ਦੇਖੋ ਅਸੀਂ TV ਦੇਖਦੇ ਹਾਂ, ਉਸ ਦੇ ਵਿੱਚ ਅਸੀਂ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਹੈ ਉਹ ਦੇਖਦੇ ਹਾਂ। ਦੇਖੋ ਉਹ ਤਾਂ ਹੀ ਆਪਾਂ ਉਹਨਾਂ ਚੀਜ਼ਾਂ ਨੂੰ ਸਮਝ ਸਕਾਂਗੇ ਜੇ ਉਹ ਆਪਾਂ ਨੂੰ ਬੋਲ ਕੇ ਦੱਸਣਗੇ ਕਿ ਇਸ ਚੀਜ਼ ਦਾ ਕੀ ਬੈਨੀਫਿਟ ਹੈ। ਤਾਂ ਇਸ ਤਰ੍ਹਾਂ ਉਸ ਚੀਜ਼ ਦੇ ਵਿੱਚ ਵੀ ਜਿਹੜੀ ਆਪਣੀ ਮੌਖਿਕ ਪ੍ਰਗਟਾਅ ਹੈ ਉਹ ਕਾਫੀ ਸਹਾਈ ਸਿੱਧ ਹੁੰਦਾ ਹੈ। ਤਾਂ ਮੌਖਿਕ ਭਾਸ਼ਾ ਸੌਖੀ ਤਰ੍ਹਾਂ ਅਤੇ ਜਲਦੀ ਸਮਝ ਆ ਸਕਦੀ ਹੈ, ਜਿਸ ਦੇ ਨਾਲ ਸਾਡਾ ਆਪਣਾ ਜਿਹੜਾ ਸਮਾਂ ਹੈ ਉਹ ਵੀ ਬਚ ਸਕਦਾ ਹੈ। ਤਾਂ ਵਰਤਮਾਨ ਸਮੇਂ ਦੇ ਵਿੱਚ ਰਾਜਨੀਤਿਕ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਦੀ ਜਿਸ ਦੇ ਕੋਲੇ ਕੋਈ ਬੋਲਣ ਦੀ ਚੰਗੀ ਯੋਗਤਾ ਹੈ ਨਾ, ਤਾਂ ਹੀ ਉਹ ਅੱਗੇ ਜਾ ਸਕਦਾ ਹੈ। ਪੁਰਾਤਨ ਸਮੇਂ ਵਿੱਚ ਜਦੋਂ ਪੁਸਤਕਾਂ ਨਹੀਂ ਸੀ ਤਾਂ ਗੁਰੂ ਆਪਣੇ ਚੇਲਿਆਂ ਨੂੰ ਪ੍ਰਵਚਨ ਦੁਆਰਾ ਹੀ ਪੜ੍ਹਾਉਂਦੇ ਹੁੰਦੇ ਸੀ, ਭਾਵ ਬੋਲ ਕੇ ਹੀ ਪੜ੍ਹਾਉਂਦੇ ਹੁੰਦੇ ਸੀ। ਤਾਂ ਇਸ ਤਰ੍ਹਾਂ ਜਿਹੜੀ ਜਦੋਂ ਆਪਣੀ ਜਿਹੜੀ ਲਿਪੀ ਹੈ ਉਹ ਹੋਂਦ ਦੇ ਵਿੱਚ ਨਹੀਂ ਆਈ ਸੀ, ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਮੌਖਿਕ ਭਾਸ਼ਾ ਬੋਲਚਾਲ ਕੇ ਹੀ ਬੋਲਚਾਲ ਦੀ ਭਾਸ਼ਾ ਹੈ ਜਿਹੜੀ ਉਹ ਹੀ ਹੋਂਦ ਦੇ ਵਿੱਚ ਆਈ ਸੀ, ਅਤੇ ਇਸ ਦਾ ਸਾਡੇ ਜੀਵਨ ਦੇ ਵਿੱਚ ਇੱਕ ਖਾਸ ਹੈ ਜਿਹੜਾ ਉਹ ਮਹੱਤਵ ਹੈ। ਤਾਂ ਉਸ ਤੋਂ ਅੱਗੇ ਇਸ ਦੇ ਉਦੇਸ਼ ਕੀ ਹੈ? ਮੌਖਿਕ ਪ੍ਰਗਟਾਅ ਇੱਕ ਕੌਸ਼ਲ ਹੈ ਜਿਸ ਦੇ ਵਿਕਾਸ ਲਈ ਸਿੱਖਿਆ ਅਤੇ ਅਭਿਆਸ ਦੀ ਲੋੜ ਪੈਂਦੀ ਹੈ। ਤਾਂ ਇਸ ਦੇ ਲਈ ਇਸ ਮੌਖਿਕ ਪ੍ਰਗਟਾਅ ਦੇ ਕੁਝ ਉਦੇਸ਼ ਨੇ ਜਿਹੜੇ ਜੋ ਇੱਕ ਭਾਸ਼ਾ ਦੇ ਅਧਿਆਪਕ ਨੂੰ ਬੱਚੇ ਨੂੰ ਜ਼ਰੂਰ ਸਮਝਾਉਣੇ ਚਾਹੀਦੇ ਨੇ। ਤਾਂ ਵਿਦਿਆਰਥੀਆਂ ਨੂੰ ਸਰਲ ਅਤੇ ਸ਼ੁੱਧ ਸਪਸ਼ਟ ਸ਼ਬਦਾਂ ਦੇ ਵਿੱਚ ਆਪਣੇ ਵਿਚਾਰ ਪ੍ਰਗਟ ਕਰੇ, ਕਿਉਂਕਿ ਉਸਦੀ ਭਾਸ਼ਾ ਹੈ ਜਿਹੜੀ ਉਹ ਗੁੰਝਲਦਾਰ ਨਹੀਂ ਹੋਣੀ ਚਾਹੀਦੀ ਟੀਚਰ ਦੀ। ਵਿਦਿਆਰਥੀ ਅਨੁਭਵ ਕੀਤੀਆਂ ਹੋਈਆਂ ਗੱਲਾਂ ਤੋਂ ਜ਼ਿਆਦਾ ਸਿੱਖਦਾ, ਇਸ ਕਰਕੇ ਉਸ ਨੂੰ ਆਪਣੇ ਜਿਹੜੇ ਰੋਜ਼ਾਨਾ ਜਨ ਜੀਵਨ ਦੇ ਵਿੱਚੋਂ ਹੀ ਕੁਝ ਉਦਾਹਰਨਾਂ ਨੇ ਜਿਹੜੀਆਂ ਉਹ ਵਿਦਿਆਰਥੀ ਨੂੰ ਸਮਝਾਉਣੀਆਂ ਚਾਹੀਦੀਆਂ ਨੇ। ਵਿਦਿਆਰਥੀ ਵਿਚਾਰਾਂ ਤਰਕਪੂਰਨ ਢੰਗ ਨਾਲ ਵਿਰੋਧ ਜਾਂ ਹੱਕ ਵਿੱਚ ਹਾਮੀ ਭਰੇ, ਤਾਂ ਇਸ ਤਰ੍ਹਾਂ ਦੀ ਜਿਹੜੀ ਉਸ ਕਲਾਸ ਦਾ ਜਿਹੜਾ ਵਾਤਾਵਰਨ ਹੈ ਉਹ ਹੋਣਾ ਚਾਹੀਦਾ। ਵਿਦਿਆਰਥੀ ਪ੍ਰਸ਼ਨਾਂ ਦੇ ਠੀਕ ਸੁੱਧ ਅਤੇ ਪੂਰੇ ਵਾਕ ਵਿੱਚ ਉਤਨਾ ਹੀ ਉਤਰ ਸਕੇ ਜਿੰਨਾ ਕੁ ਲੋੜੀਂਦਾ ਹੈ। ਵਿਦਿਆਰਥੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਆਪਣੇ ਵਿਚਾਰਾਂ ਨੂੰ ਪੇਸ਼ ਕਰੇ। ਤਾਂ ਇਸ ਤੋਂ ਇਲਾਵਾ ਮੌਖਿਕ ਕੌਸ਼ਲ ਦੀ ਸਿੱਖਿਆ ਦਾ ਇੱਕ ਉਦੇਸ਼ ਵਿਦਿਆਰਥੀ ਦੇ ਵਿੱਚ ਇੱਕ ਸਫਲ ਬੁਲਾਰੇ ਬਣਨ ਦੀ ਜਿਹੜੀ ਯੋਗਤਾ ਉਸ ਦਾ ਵਿਕਾਸ ਕਰੇ, ਤਾਂ ਕਿ ਉਹ ਅੱਗੇ ਵੱਧ ਸਕੇ। ਵਿਦਿਆਰਥੀ ਨੂੰ ਮੌਕੇ ਅਤੇ ਵਿਸ਼ੇ ਦੀ ਅਨੁਕੂਲਤਾ ਅਨੁਸਾਰ ਬੋਲਣ ਦੇ ਯੋਗ ਬਣਾਉਣਾ। ਦੇਖੋ ਇਹ ਨਹੀਂ ਹੈਗਾ ਵੀ ਉਹ ਕਲਾਸ ਦੇ ਵਿੱਚ ਮਾਹੌਲ ਕਿਵੇਂ ਦਾ ਚੱਲ ਰਿਹਾ ਉਹ ਬਿਨਾਂ ਗੱਲ ਤੋਂ ਹੀ ਬੋਲੀ ਜਾਵੇ, ਤਾਂ ਉਸ ਨੂੰ ਮੌਕੇ ਨੂੰ ਦੇਖ ਕੇ ਹੀ ਆਪਣੇ ਵਿਚਾਰ ਪ੍ਰਗਟ ਕਰਨ ਦਾ ਜਿਹੜਾ ਉਸ ਨੂੰ ਅਧਿਕਾਰ ਹੈ ਉਹ ਦੇਣਾ ਚਾਹੀਦਾ। ਹਾਵ ਭਾਵਪੂਰਨ ਪ੍ਰਗਟਾਅ ਦੀ ਯੋਗਤਾ। ਪ੍ਰਗਟਾਅ ਸਿਰਫ ਧੁਨੀ ਅੰਗਾਂ ਦੀ ਸਹਾਇਤਾ ਨਾਲ ਬੋਲਣ ਦਾ ਨਾਮ ਹੀ ਨਹੀਂ, ਇਸ ਵਿੱਚ ਬੋਲਣ ਵਾਲੇ ਦੇ ਹਾਵ ਭਾਵ ਵੀ ਸ਼ਾਮਲ ਹੁੰਦੇ ਨੇ। ਤਾਂ ਸਰੀਰਕ ਅੰਗਾਂ ਦਾ ਹਿੱਲਣਾ ਜੁਲਣਾ ਹਾਵ ਭਾਵ ਦੇ ਸੰਕੇਤ ਦੇ ਵਿੱਚ ਆਉਂਦਾ। ਜਦੋਂ ਜ਼ਰੂਰੀ ਨਹੀਂ ਕਿ ਅਸੀਂ ਆਪਣੇ ਧੁਨੀਆਂ ਦੇ ਰਾਹੀਂ ਹੀ ਗੱਲ ਸਮਝਾਈਏ, ਤਾਂ ਬਹੁਤ ਸਾਰੇ ਜਿਹੜੇ ਆਪਾਂ ਗੱਲਾਂ ਨੇ ਆਪਣੇ ਜਿਹੜੇ ਫੇਸ ਐਕਸਪ੍ਰੈਸ਼ਨ ਨੇ ਉਹਨਾਂ ਤੋਂ ਵੀ ਸਮਝਾ ਸਕਦੇ ਹਾਂ। ਵਿਦਿਆਰਥੀਆਂ ਦੇ ਵਿੱਚ ਭਾਸ਼ਾ ਅਤੇ ਪ੍ਰਗਟਾਅ ਦੀਆਂ ਭਿੰਨ ਸ਼ੈਲੀਆਂ ਨੂੰ ਸਿੱਖਣ ਦੀ ਰੁਚੀ ਉਤਪੰਨ ਕਰਨਾ ਅਤੇ ਵਿਦਿਆਰਥੀ ਦੀ ਭਾਸ਼ਾ ਦੇ ਵਿੱਚ ਰੁਚੀ ਵਿਕਸਿਤ ਕਰਨਾ। ਤਾਂ ਇਸ ਤਰ੍ਹਾਂ ਇਹ ਭਾਸ਼ਾ ਦੇ ਜਿਹੜੇ ਕੁਝ ਉਦੇਸ਼ ਨੇ ਉਹ ਇਸ ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਤਾਂ ਇਹ ਸੀਗੀ ਭਾਸ਼ਾ ਦੀ ਇੰਪੋਰਟੈਂਸ, ਨੀਡ ਐਂਡ ਉਸਦੇ ਏਮਸ। ਥੈਂਕ ਯੂ।